हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਅੱਜ ਆਪਣੀ ਗ੍ਰਾਮਰ ਕਲਾਸ ਦਾ ਫਸਟ ਡੇ ਹੈ। 1 ਫੈਬ ਤੋਂ ਲੈ ਕੇ 28 ਫੈਬ ਤੱਕ ਆਪਾਂ ਐਡਵਰਟਾਈਜ਼ਮੈਂਟ ਕੀਤੀ ਸੀ ਕਿ ਗ੍ਰਾਮਰ ਕਲਾਸਿਸ ਫ੍ਰੀ ਦਿੱਤੀਆਂ ਜਾਣਗੀਆਂ ਹੈਵਨ ਆਇਲਸ ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਵੱਲੋਂ। ਸੋ ਅੱਜ ਆਪਣੀ ਕਲਾਸ ਦਾ ਫਸਟ ਡੇ ਹੈ। ਕੰਟੀਨਿਊਲੀ 28 ਡੇਜ਼ ਤੱਕ ਇਹ ਕਲਾਸਿਸ ਚੱਲਣਗੀਆਂ। ਇਹਦੇ ਵਿੱਚ ਗ੍ਰਾਮਰ ਦੇ ਸਾਰੇ ਟੌਪਿਕ ਪੂਰੇ ਕਰਵਾਏ ਜਾਣਗੇ, ਜਿਹਦੇ ਵਿੱਚ ਕਿ ਮॉडल्स, ਟੈਂਸ, ਕੰਜੰਕਸ਼ਨ, ਐਵਰੀਥਿੰਗ, ਸਿੰਪਲ, ਕੰਪਲੈਕਸ, ਕੰਪਾਊਂਡ ਸੈਂਟੈਂਸ ਸਾਰਾ ਕੁਝ ਕਵਰ ਕੀਤਾ ਜਾਊਗਾ ਤੇ ਨਾਲ ਤੁਹਾਡੀਆਂ ਸਪੀਕਿੰਗ ਸਕਿੱਲਸ ਤੇ ਵੀ ਵਰਕ ਕੀਤਾ ਜਾਊਗਾ। ਜਿਹੜੇ ਸਟੂਡੈਂਟਸ ਨੇ ਹਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਏਗੀ, ਉਹ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਨਾਮ ਰਜਿਸਟਰ ਕਰਵਾ ਕੇ ਕਲਾਸਿਸ ਜੁਆਇਨ ਕਰ ਸਕਦੇ ਨੇ। ਕਲਾਸਿਸ ਆਫਲਾਈਨ ਵੀ ਚੱਲਦੀਆਂ ਪਲੱਸ YouTube ਤੇ ਆਨਲਾਈਨ ਵੀ ਕਲਾਸ ਚੱਲਦੀ ਹੈ, ਠੀਕ ਹੈ। ਉਸ ਤੋਂ ਬਾਅਦ ਕਲਾਸ ਦੀ ਟਾਈਮਿੰਗ ਹੈ ਸਵੇਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੈ। ਜਿਹੜੇ ਬੱਚੇ ਲੇਟ ਆਉਂਦੇ ਮੀਨਸ ਫਸਟ ਫੈਬ ਨੂੰ ਨਹੀਂ ਆ ਪਾਏ ਜਾਂ ਸੈਕਿੰਡ ਫੈਬ ਨੂੰ ਜਾਂ ਥਰਡ ਫੈਬ ਨੂੰ ਜੁਆਇਨ ਕਰਦੇ ਆ, ਉਹਨਾਂ ਲਈ ਜਿਹੜੇ ਪਹਿਲੇ 2 ਦਿਨਾਂ ਦੇ ਲੈਕਚਰ ਉਹਨਾਂ ਨੂੰ YouTube ਤੇ ਅਵੇਲੇਬਲ ਮਿਲ ਜਾਣਗੇ, ਠੀਕ ਹੈ। ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਆਪਣਾ ਅੱਜ ਦਾ ਪਹਿਲਾ ਟੌਪਿਕ ਹੈ ਗ੍ਰਾਮਰ ਦਾ, ਉਹ ਹੈਗਾ ਮॉडल्स। ਇਹ ਹੈਲਪਿੰਗ ਵਰਬਸ ਹੁੰਦੇ ਆ, ਇਹਨਾਂ ਨੂੰ ਆਕਸਿਲਰੀ ਵਰਬ ਵੀ ਕਿਹਾ ਜਾਂਦਾ, ਓਕੇ। ਆਪਣੇ ਕੋਲੇ ਇੰਗਲਿਸ਼ ਦੇ ਵਿੱਚ ਟੋਟਲ 14 ਮॉडल्स ਹੁੰਦੇ ਆ। कितने मॉडल्स होते हैं 40 ओके। हाँ जी, तो मैं उन्होंने लिस्ट ਤੁਹਾਡੇ ਸਾਹਮਣੇ ਰਾਈਟ ਡਾਊਨ ਕਰ ਦੇਣਾ, ਉਹਨੂੰ ਨੋਟ ਕਰ ਲਿਓ। ਪਹਿਲਾਂ ਆਪਣੇ ਕੋਲੇ ਬੇਸਿਕ 9 ਮॉडल्स ਆਉਂਦੇ ਆ। ਇਹ 9 ਮॉडल्स ਦੇ ਨਾਲ ਆਪਾਂ ਨੂੰ 5 ਮॉडल्स 2 ਵਾਲੇ ਮਿਲਦੇ ਆ। has to, have to, had to, ought to and used to। ਇਹਨਾਂ 14 ਮॉडल्स ਤੋਂ ਇਲਾਵਾ ਆਪਣੇ ਕੋਲੇ 2 ਹੋਰ ਮॉडल्स ਹੁੰਦੇ ਆ ਜਿਨ੍ਹਾਂ ਨੂੰ ਫ੍ਰੀ ਮॉडल्स ਕਿਹਾ ਜਾਂਦਾ ਹੈ। ਇੱਕ ਹੁੰਦਾ ਡੇਅਰ, ਇੱਕ ਨੀਡ। ਇਹ 2 ਮॉडल्स ਦਾ ਇਸਤੇਮਾਲ ਵੀ ਪ੍ਰੋਪਰ ਵੇ ਨਾਲ ਹੁੰਦਾ ਹੈ। अपने को 16 मॉडल्स है, सारे ने नोट कर ले। नेम बहुत इजी है, इन्होंने याद रखने क्योंकि पेयर विच मिल जाते हैं अपन कैन, कुड, मे, माइट, शैल, शुड, विल, वुड। फिर 2 वाले 5 आ गए, हैज टू, हैव टू, हैड टू, ऑट टू, यू टू। एक अपने नीचे रह गए थे मस्ट 9th वाला। सो फ्री दे विच डेयर ते नीड अपने मॉडल है ਜਿਹੜੇ ਯੂਟਿਲਾਈਜ਼ ਹੋ ਗਏ। ਆਪਾਂ ਇਹਨਾਂ ਦੇ ਵਿੱਚੋਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਸਾਰੇ ਕਵਰ ਕਰੀਏ। ਮੋਰ ਦੈਨ ਹਾਫ ਆਪਾਂ ਇਹਨਾਂ ਨੂੰ ਕਵਰ ਕਰ ਲਾਂਗੇ। ਇਹ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਕਵਰ ਕਰੀਏ, ਆਪਾਂ ਜਿੰਨੇ ਕਵਰ ਕਰੀਏ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ। ਇਹ ਸਭ ਤੋਂ ਜ਼ਰੂਰੀ ਪੁਆਇੰਟ ਹੈ। ਇਹਨਾਂ ਨੂੰ ਲਿਸਟ ਓਕੇ ਹੋ ਗਈ ਸਟੂਡੈਂਟਸ? ਯੈਸ ਸਰ। ਓਕੇ, ਆਪਾਂ ਪਿਕ ਕਰਦੇ ਹਾਂ ਕੈਨ ਤੇ ਕੁਡ। ਕੈਨ ਤੇ ਕੁਡ ਦਾ ਮੀਨਿੰਗ ਆਲਮੋਸਟ ਸਿਮਿਲਰ ਹੈ। ਇਹਦੇ ਵਿੱਚ ਜਿਹੜੇ ਡਿਫਰੈਂਸਸ ਹੈ ਆਪਾਂ ਉਹਨਾਂ ਬਾਰੇ ਡਿਸਕਸ਼ਨ ਕਰਦੇ ਹਾਂ। ਸੋ ਕੈਨ ਵਿੱਚ ਕੀ ਚੀਜ਼ ਹੈ? ਕੈਨ ਸਭ ਤੋਂ ਪਹਿਲਾਂ ਆਪਣੀ ਐਬਿਲਿਟੀ ਡਿਸਕ੍ਰਾਈਬ ਕਰਦਾ ਹੈ। ਐਬਿਲਿਟੀ ਮਤਲਬ ਕਿ ਆਪਣੀ ਕਾਬਲੀਅਤ ਬਾਰੇ ਦੱਸਦਾ ਹੈ। ਕੈਨ ਜੋ ਚੀਜ਼ਾਂ ਆਪਾਂ ਕਰ ਸਕਦੇ ਹਾਂ, ਜਿਹੜੀਆਂ ਚੀਜ਼ਾਂ ਆਪਾਂ ਕਰ ਲੈਂਦੇ ਹਾਂ, ਉਹ ਆਪਾਂ ਕਾਹਦੇ ਨਾਲ ਐਕਸਪ੍ਰੈਸ ਕਰਦੇ ਹਾਂ? ਕੈਨ ਦੀ ਹੈਲਪ ਨਾਲ, ਠੀਕ ਹੈ। ਇੱਕ ਸਾਰੇ ਮॉडल्स ਦਾ ਫਿਕਸ ਰੂਲ ਹੈ, ਸਾਰੇ ਮॉडल्स ਦਾ ਇੱਕ ਫਿਕਸ ਰੂਲ ਹੈ ਕਿ ਇਹਨਾਂ ਨਾਲ ਵਰਬ ਦੀ ਫਸਟ ਫਾਰਮ ਲੱਗਦੀ ਹੈ। ਕਿਹੜੀ ਫਾਰਮ? ਫਸਟ ਫਾਰਮ ਲੱਗਦੀ ਹੈ। ਹੋਰ ਇਹਦੇ ਨਾਲ ਨਾ ਸੈਕਿੰਡ ਫਾਰਮ ਲੱਗੇਗੀ ਨਾ ਥਰਡ ਫਾਰਮ ਲੱਗੇਗੀ। ਥਰਡ ਫਾਰਮ ਇਹਦੇ ਵਿੱਚ ਪੈਸਿਵ ਫਾਰਮ ਵਿੱਚ ਲੱਗੇਗੀ, ਅਦਰਵਾਈਜ਼ ਨਹੀਂ ਲੱਗੇਗੀ। ਜਦੋਂ ਆਪਾਂ ਡਾਇਰੈਕਟ ਲਗਾਵਾਂਗੇ ਕਿਸੇ ਵੀ ਮॉडल ਨਾਲ जस्ट फर्स्ट फॉर्म ही लगेगी। ये ਤੁਹਾਨੂੰ स्पीकिंग ਦੇ ਵਿੱਚ ਵੀ ਕੰਟਰੋਲ ਕਰਨ 'ਚ ਹੈਲਪ ਮਿਲੂਗਾ ਐਂਡ ਈਵਨ ਇਨ ਰਾਈਟਿੰਗ। ਸੋ ਪਹਿਲਾ ਜਿਹੜਾ ਕੈਨ ਦਾ ਯੂਜ਼ ਆਪਣੀ ਐਬਿਲਿਟੀ ਡਿਸਕ੍ਰਾਈਬ ਕਰਦੇ हैं। ਆਪਾਂ एग्जांपल ਲਿਖ ਲੈਂਦੇ हैं। I can write Spanish। I can write Spanish मतलब कि मेरी काबिलियत है कि मैं स्पेनिश लिख लेता। Okay, second one is I can drive a car।
ओके, I can make a drawing. ये एग्जांपल्स बहुत सिंपल ने, आप अपनी काबिलियत एक्सप्रेस कर रहे हैं, ठीक है। आई कैन राइट स्पेनिश, आई कैन ड्राइव अ कार, आई कैन मेक अ ड्राइंग। मतलब कि आप दस रहे भी ਜਿਹੜੀ ਚੀਜ਼ਾਂ ਆਪਾਂ ਕਰ ਸਕਦੇ ਹਾਂ, ਜ਼ਰੂਰੀ ਨਹੀਂ ਆਪਾਂ ਆਪਣੀ ਕਾਬਲੀਅਤ ਬਾਰੇ ਗੱਲ ਕਰਨੀ ਹੈ, ਆਪਾਂ ਕਿਸੇ ਦੀ ਵੀ ਕਾਬਲੀਅਤ ਬਾਰੇ ਗੱਲ ਕਰ ਸਕਦੇ ਹਾਂ। ਜਿਵੇਂ ਆਪਾਂ ਕਹਿ ਸਕਦੇ ਹਾਂ ਮਨਪ੍ਰੀਤ ਕੈਨ ਸਪੀਕ ਉਰਦੂ, ਅਰਸ਼ ਕੈਨ ਡਰਾਈਵ a car, किससे बारे भी ਆਪਾਂ ਗੱਲ ਕਰ ਸਕਦੇ ਹਾਂ, not only by me। okay, second ਜਿਹੜਾ ਦਾ यूज है that is of, ਇੱਕ ਆਪਣਾ ਹੈ ability, second यूज ਹੈਗਾ possibility। ਜਿਵੇਂ ਆਪਾਂ ਪੰਜਾਬੀ ਚ ਗੱਲ ਕਰਦੇ ਹਾਂ ਵੀ ਇੰਜ ਹੋ ਸਕਦਾ ਹੈ, ਇੰਜ ਹੋ ਸਕਦਾ ਹੈ, ਤਾਂ ਉਹ ਸੰਭਾਵਨਾ, ਉਹ ਵੀ ਆਪਾਂ ਕਾਦੇ ਨਾਲ, ਮॉडल्स ਨਾਲ ਐਕਸਪ੍ਰੈਸ ਕਰਦੇ ਹਾਂ। आप उन्हें कैसे लिखेंगे, इट कैन रेन टुडे, एग्जांपल है इट कैन रेन टुडे। जिवें बारिश बदल होए पे बाहर है ना, ते आप अंदाजा लगा लेने हैं कि अज मीह पै सकता है, बदल वेख के, जां फिर आप कई बार गूगल ते वैदर चेक कर लेने हैं, तो आप की अंदाजा लगा लेने हैं कि मीह पै सकता है। ओके, सो ये अपनी पॉसिबिलिटी वाली एग्जांपल है। हुण जेकर आपां कुड वल मूव करते हैं, जेकर आपां कुड वल मूव करते हैं तां उत्थे की चीज होगी कि कुड है जिहड़ा कैन दा पास्ट फॉर्म है। कुड की है, कैन दी पास्ट फॉर्म है, मैं लिख देना पास्ट ऑफ कैन। पर ਇਹਦਾ कैन ਦੇ ਇਲਾਵਾ ਕੁਡ ਦਾ ਪਾਸਟ ਦੇ ਇਲਾਵਾ ਇੱਕ ਹੋਰ ਯੂਜ਼ ਵੀ ਹੈ। ਇੱਕ ਤਾਂ ਕੁਡ ਦਾ ਪਾਸਟ ਵਾਲਾ ਹੋ ਗਿਆ ਮੀਨਿੰਗ, ਸੈਕਿੰਡ ਮੀਨਿੰਗ ਜਿਹੜਾ ਇਹਦਾ ਹੈਗਾ ਉਹ ਹੈ ਕਿ ਜਦੋਂ ਆਪਾਂ ਕਿਸੇ ਨੂੰ ਪੋਲਾਈਟ ਹੋ ਕੇ ਕੋਈ ਗੱਲ ਕਹਿਣੀ ਹੈ, ਨਿਮਰਤਾ ਨਾਲ ਕੋਈ ਗੱਲ ਕਹਿਣੀ ਹੈ, ਉਦੋਂ कैन ਨਹੀਂ ਲਗਾਉਣਾ, ਉਦੋਂ ਕੁਡ ਲਗਾਉਣਾ ਹੈ, ਚਾਹੇ ਤੁਸੀਂ ਪ੍ਰੈਜ਼ੈਂਟ ਵਿੱਚ ਗੱਲ ਕਰ ਰਹੇ ਹੋ ਚਾਹੇ पास्ट विच गल कर रहे, ठीक है। सो सर प्लीज अटेंड द कॉल इफ देयर इज एनी स्टूडेंट। हां जी, आप जिवें दी एग्जांपल करिए, एपच लिखा है आई कैन राइट स्पेनिश, आप यही एग्जांपल लिखेंगे आई कुड राइट स्पेनिश, I could write Spanish। ਇਹਦਾ मीनिंग है पास्ट ਵਿੱਚ चला गया, पर ਇਹਨੂੰ थोड़ी सी क्लैरिटी दे दी है, आपको और क्लियर कर दिया ਇਹਨੂੰ। I could write Spanish when I was 8 years old। ਇੱਥੇ ਹੋਰ क्लैरिटी आ गई भी could justify हो गया कि ਹੁਣੇ पास्ट ਦੀ ਗੱਲ ਹੋ ਰਹੀ। I could write Spanish when I was 8 years old, ठीक है। I could drive a car when I was in 10th standard। Okay? हाँ जी, I could write, I could make a drawing when I was a kid। ਜਦੋਂ ਬੱਚਾ ਸੀ ਉਦੋਂ ਮੈਂ ਡਰਾਇੰਗ ਬਣਾ ਲੈਂਦਾ ਸੀ, ਹੁਣ ਆਉਂਦੀ ਹੈ ਨਹੀਂ ਆਉਂਦੀ ਉਹ ਮੈਟਰ ਨਹੀਂ ਕਰਦਾ, ਪਰ ਤੁਸੀਂ ਆਪਣੀ ਪਾਸਟ ਦੀ ਐਬਿਲਿਟੀ ਬਾਰੇ ਗੱਲ ਕਰਤੀ ਹੈ। Is it easy? Yes। ਸੌਖੀ ਚੀਜ਼ ਹੈ? Yes। ओके, आई थिंक कुड ਦਾ ਜਿਹੜਾ ਸੈਕੰਡ ਮੀਨਿੰਗ ਹੈ, ਦੇਖੋ ਕਈ ਵਾਰੀ ਨਾ ਆਪਾਂ ਐਬਿਲਿਟੀ ਬਾਰੇ ਕਿਸੇ ਨੂੰ ਸਵਾਲ ਪੁੱਛਦੇ ਆ। ਯੈਸ, ਹਾਂਜੀ, ਕਈ ਵਾਰੀ ਆਪਾਂ ਐਬਿਲਿਟੀ ਬਾਰੇ ਕਿਸੇ ਨੂੰ ਕੁਐਸਚਨ ਪੁੱਟ ਕਰਦੇ ਆ। ਕੁਐਸਚਨ ਕਿਵੇਂ ਪੁੱਟ ਕਰੀਦਾ? ਬਹੁਤ ਈਜ਼ੀ ਹੈ। ਇੰਗਲਿਸ਼ ਵਿੱਚ ਕੁਐਸਚਨ ਬਣਾਉਣਾ ਸਭ ਤੋਂ ਈਜ਼ੀ ਕੰਮ ਹੈ। ਤੁਸੀਂ ਕਿਸੇ ਵੀ ਹੈਲਪਿੰਗ ਵਰਬ ਨੂੰ ਚੱਕ ਕੇ ਬਾਹਰ ਲੈ ਆਓ, ਉਹ ਤੁਹਾਡਾ ਕੁਐਸਚਨ ਬਣ ਜਾਏਗਾ। ਜਿਵੇਂ ਕਿ कैन आई राइट स्पेनिश, कैन आई ड्राइव अ कार, परमिशन भी लेना है है ना। तो ओवें ਜਦੋਂ ਤੁਸੀਂ ਹੁਣ ਕੈਨ ਤੇ ਕੁਡ ਦਾ ਫਰਕ ਹੈ ਜਿਹੜਾ ਇੱਥੇ ਧਿਆਨ ਦਿਓ, ਜਦੋਂ ਤੁਸੀਂ ਆਪਣੇ ਬਰਾਬਰ ਦੇ ਪਰਸਨ ਨੂੰ ਉਹਦੀ ਐਬਿਲਿਟੀ ਬਾਰੇ ਪੁੱਛ ਰਹੇ ਹੋ, ਜਿਹੜਾ ਤੁਹਾਡੇ ਲੈਵਲ ਦਾ, ਤੁਹਾਡੀ ਏਜ ਮੇਟ ਕਹਿ ਸਕਦੇ ਹਾਂ,
ਤਾਂ ਉਹ ਕੀ ਹੋਊਗਾ, ਉਹ ਪਰਸਨ ਹੈ ਜਿਹੜਾ ਉਹਨੂੰ ਤੁਸੀਂ ਕੈਨ ਲਗਾ ਕੇ ਪੁੱਛ ਸਕਦੇ ਹੋ, ਜਿਵੇਂ ਕਿ ਕੈਨ ਯੂ ਡਰਾਈਵ ਅ ਕਾਰ, ਵੀ ਤੂੰ ਗੱਡੀ ਚਲਾ ਲੈਂਦਾ, ਇਟਸ ਓਕੇ। ਪਰ ਜਦੋਂ ਤੁਸੀਂ ਆਪਣੇ ਤੋਂ ਸੀਨੀਅਰ ਪਰਸਨ ਨੂੰ ਕੁਐਸਚਨ ਪੁੱਟ ਕਰਦੇ ਹੋ, ਉਹਨੂੰ ਤੁਸੀਂ ਐਂ ਥੋੜੀ ਕਹੋਗੇ ਵੀ ਤੂੰ ਗੱਡੀ ਚਲਾ ਲੈਂਦਾ। ਫੋਰ ਐਗਜ਼ਾਮਪਲ ਤੁਹਾਡੇ ਗਲੀ 'ਚ ਕੋਈ ਬਜ਼ੁਰਗ ਬੰਦਾ ਹੈ ਨਾ, ਉਹਨੂੰ ਤੁਸੀਂ ਐਂ ਥੋੜੀ ਬੋਲੋਗੇ ਤੂੰ ਗੱਡੀ ਚਲਾ ਲੈਂਦਾ, ਠੀਕ ਹੈ। ਉਹਨੂੰ ਆਪਾਂ ਪੋਲਾਈਟਲੀ ਪੁੱਛਾਂਗੇ ਜੀ ਤੁਸੀਂ ਗੱਡੀ ਚਲਾ ਲੈਂਦੇ ਹੋ, ਆਪਾਂ ਉਹਨੂੰ ਕਿਵੇਂ ਕਹੋਗੇ ਫਿਰ, ਕੁਡ ਯੂ ਡਰਾਈਵ ਅ ਕਾਰ। ਇਹ ਡਿਫਰੈਂਸ ਹੈ ਜੋ ਕਿ ਕੁਡ ਨੂੰ ਪ੍ਰੈਜ਼ੈਂਟ ਵਿੱਚ ਹੀ ਰੱਖਦਾ ਪਰ ਉਹਦੀ ਪੋਲਾਈਟ ਵੇ ਨਾਲ ਉਹਨੂੰ ਐਕਸਪ੍ਰੈਸ ਕਰਦਾ ਜੋ ਵੀ ਆਪਾਂ ਗੱਲ ਕਰਨੀ। ਓਕੇ ਹਾਂਜੀ। ਨੈਕਸਟ ਕੈਨ ਤੇ ਕੁਡ ਦੇ ਮੀਨਿੰਗ ਓਕੇ ਹੋ ਗਏ? ਯੈਸ ਸਰ। ਕਿਸੇ ਨੂੰ ਕੋਈ ਡਾਊਟ ਹੋਇਆ ਲਾਸਟ ਤੇ ਕਲੀਅਰ ਕਰ ਲਿਓ ਐਨੀ ਟਾਈਮ। ਓਕੇ ਇਹਨਾਂ ਨੂੰ ਰਾਈਟ ਡਾਊਨ ਕਰ ਲਓ ਜਸਟ ਫॉर ਅ ਮਿੰਟ। ਕਰ ਲਈ? ਓਕੇ ਚਲੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ ਮੇ ਤੇ ਮਾਈ। ਮੇ ਦੇ ਤਿੰਨ ਮੀਨਿੰਗ ਆਉਣਗੇ। ਪਹਿਲਾ ਜਿਹੜਾ ਮੇ ਦਾ ਮੀਨਿੰਗ ਹੈ ਪਰਮਿਸ਼ਨ ਲੈਣ ਲਈ। ਜਿਹੜਾ ਸੈਕੰਡ ਮੀਨਿੰਗ ਹੈ ਉਹ ਹੈ ਸ਼ਾਇਦ, ਜਿਵੇਂ ਆਪਾਂ ਕੋਈ ਗੱਲ ਕਹਿੰਦੇ ਨਾ ਵੀ ਆਹ ਚੀਜ਼ ਦੀ ਪੋਸਿਬਿਲਿਟੀ ਘੱਟ ਹੋਵੇ, ਉਦੋਂ ਆਪਾਂ ਸ਼ਾਇਦ ਵਰਡ ਯੂਜ਼ ਕਰਦੇ ਹਾਂ ਵੀ ਸ਼ਾਇਦ ਅੱਜ ਮੀਂਹ ਪਵੇ। ਤੇ ਉਸ ਤੋਂ ਬਾਅਦ ਇੱਕ ਇਹਦਾ ਜਿਹੜਾ ਮੇ ਦਾ ਯੂਜ਼ ਹੈਗਾ ਕਿਸੇ ਨੂੰ ਬਲੇਸਿੰਗ ਦੇਣ ਲਈ, ਦੁਆਵਾਂ ਦੇਣ ਲਈ ਜਾਂ ਬਦਦੁਆਵਾਂ ਦੇਣ ਲਈ, ਦੋਵਾਂ ਚੀਜ਼ਾਂ ਲਈ ਯੂਜ਼ ਹੁੰਦਾ। ਤਿੰਨ ਮੀਨਿੰਗ ਆ, ਮੈਂ ਤਿੰਨੇ ਲਿਖ ਦਿੰਦਾ। ਪਹਿਲਾ ਮੀਨਿੰਗ ਪਰਮਿਸ਼ਨ ਲਈ, ਇਹ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਕਰਦੇ ਆਏ ਆ ਵਾਲਾ ਯੂਜ਼। ਸੈਕੰਡ ਜਿਹੜਾ ਦਾ ਯੂਜ਼ ਹੈਗਾ ਐਸਟੀਮੇਟ। तीसरा यूज है ब्लेसिंग्स देने ਲਈ ਜਾਂ ਕੁਝ ਜਾਂ ਕਰਸ। ਮੇਲੇ ਦੇ ਤਿੰਨ ਯੂਜ਼ ਹੈ, ਠੀਕ ਹੈ। ਹਾਂਜੀ ਹੁਣ ਇਹਦੀ ਇੱਕ ਐਗਜ਼ਾਮਪਲ ਲਿਖਾਂਗੇ ਆਪਾਂ। ਪਹਿਲੀ ਪਰਮਿਸ਼ਨ ਦੀ ਐਗਜ਼ਾਮਪਲ ਹੈਗੀ ਹੈ ਕਿ ਮੇ ਆਈ ਕਮ ਇਨ। ਆ ਤੁਸੀਂ ਕਦੇ ਨਹੀਂ ਭੁੱਲ ਸਕਦੇ ਆਪਣੀ ਲਾਈਫ ਟਾਈਮ ਦੇ ਵਿੱਚ। ਮੇ ਆਈ ਕਮ ਇਨ ਮੈਮ ਜਾਂ ਮੇ ਆਈ ਕਮ ਇਨ ਸਰ। ਓਕੇ ਤੁਸੀਂ ਪਰਮਿਸ਼ਨ ਲੈ ਰਹੇ ਹੋ, ਇਹਦੇ ਨਾਲ ਵੀ ਫਸਟ ਫਾਰਮ ਹੀ ਲੱਗ ਰਹੀ ਹੈ। ਜਿੱਥੇ ਵੀ ਲਗਾਵਾਂਗੇ ਫਸਟ ਫਾਰਮ ਹੀ लगेगी। सारी एग्जांपल करांगे ਆਪਾਂ फर्स्ट फॉर्म लगेगी। मे आई कम इन मैम, मे आई कम इन सर, मे आई सिट हियर, मैं ਇੱਥੇ बैठ जा, मैं पानी पी ला, मैं पानी पी आवां, मैं बाहर चला जावां, मैं रोटी खा लवां, मैं उस ਨਾਲ ਗੱਲ ਕਰ ਲਾਂ, मैं ਤੁਹਾਡਾ ਮੋਬਾਈਲ ਫੋਨ ਲੈ ਸਕਦਾ। एवरीथिंग इज स्पोकन विद द हेल्प ऑफ मे। May I have your mobile phone? May I sit here? May I go out? May I go to drink water? May I use my mobile phone? May I go there? Whatever you want to speak. Okay? Permission लेनी है तो may की help नाल ਆਪਾਂ permission लवांगे। ठीक है? Second, estimate, अंदाजा लगाना। ठीक है? वो शायद आज जाएगा, अंदाजा लगाना शायद। ठीक है, he may come today। नेक्स्ट आ गया रोहित में हेल्प द पुअर। रोहित शायद गरीबां की हेल्प करे, शायद। ठीक है, प्रियंका में गेट 9 बैंड। ओके, मनप्रीत में गेट 8 बैंड। अंदाजा लगा रहे हैं आप, शायद प्रियंका के 9 बैंड आ जाए, शायद मनप्रीत के 8 बैंड आ जाए, शायद गुरभेज के 7 बैंड आ जाए, शायद अर्श भी क्लियर कर जे जिन्हें जिन्हें एग्जाम उन्होंने कह रहे हैं। ठीक है, तो आप अंदाजा लगा रहे हैं कि शायद, एस्टिमेट सॉरी। ओके, तीसरा आ गया ब्लेसिंग। पहले दो क्लियर हो गए जी सर। तीसरा आ गया ब्लेसिंग। ਇਹਦੇ ਵਿੱਚ ਕੀ ਚੀਜ਼ ਹੈ ਕਿ ਆਪਾਂ ਕਿਸੇ ਨੂੰ ਇਹ ਜਿਹੜਾ ਸੈਂਟੈਂਸ ਹੁੰਦਾ ਹੈ ਬਲੇਸਿੰਗ ਵਾਲਾ, ਕਿਸੇ ਨੂੰ ਆਪਾਂ ਦੁਆਵਾਂ ਦੇਣੀਆਂ, ਇਹਨੂੰ ਐਕਸਕਲੇਮੇਟਰੀ ਸੈਂਟੈਂਸ ਕਹਿੰਦੇ ਆ। ਐਕਸਕਲੇਮੇਟਰੀ ਆਪਾਂ ਕੁਝ ਐਕਸਕਲੇਮ ਕਰਦੇ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹ ਲਓ ਵੀ ਜ਼ਾਹਿਰ ਕਰਦੇ ਆ ਆਪਾਂ ਕੋਈ ਚੀਜ਼। ਠੀਕ ਹੈ, ਜਿਵੇਂ ਕਿ ਰੱਬ ਕਰੇ ਤੁਹਾਡੇ ਸਾਰਿਆਂ ਦੇ ਵਧੀਆ ਨੰਬਰ ਆਉਣ। ਠੀਕ ਹੈ, ਆਪਾਂ ਕਹਾਂਗੇ
ਬਾਪ ਜਿਵੇਂ ਕਹਿ ਦਿੰਦੇ ਕਿਸੇ ਨੂੰ ਵੀ ਰੱਬ ਤੇਰੀ ਉਮਰ ਲੰਬੀ ਕਰੇ, ਆਪਾਂ ਕਹਿੰਦੇ ਮੇ ਯੂ ਲਿਵ ਲੌਂਗ। ਵੈਰੀ ਸਿੰਪਲ ਨਾ, ਮੇ ਯੂ ਲਿਵ ਲੌਂਗ। ਤੇ ਕਈ ਵਾਰੀ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਰੱਬ ਕਰੇ ਤੂੰ ਗੋਡੇ ਘੜੀਸ ਕੇ ਮਰੇ, ਠੀਕ ਹੈ, ਉਹ ਵੀ ਆਪਾਂ ਨੂੰ ਹੈਗੀ ਹੈ ਮੇ ਯੂ ਡਾਈ ਇਨ ਹਾਰਨੈਸ। ਇਹਦੇ ਲਾਸਟ ਤੇ ਐਕਸਕਲੇਮੇਸ਼ਨ ਦਾ ਸਿੰਬਲ ਲੱਗੇਗਾ, मैं तो लिख देता हूँ मे यू डाई इन हार्नेस। ओके, ये चीज अपना आ गई यूज, मे दे तीनों यूज आ गए। क्लियर हो गए तीनों यूज, परमिशन, एस्टीमेट, ब्लेसिंग और कर्स। नेक्स्ट वन इज माइट। सो जिवें ਆਪਾਂ मे तो माइट बनाया, सॉरी जिवें ਆਪਾਂ कैन तो कुड ਦਾ ਇਸਤੇਮਾਲ ਕੀਤਾ ਹੈ। ਜਦੋਂ ਆਪਾਂ कैन तो कुड ਬਣਾਇਆ ਸੀਗਾ ਤਾਂ ਆਪਾਂ ਦੋ ਚੀਜ਼ਾਂ ਕੀਤੀਆਂ ਸੀ, ਇੱਕ ਤਾਂ कुड ਪਾਸਟ ਦੀ ਮੀਨਿੰਗ ਪ੍ਰੋਵਾਈਡ ਕਰਨਾ ਪਿਆ, ਇੱਕ ਜਿਹੜਾ कुड ਹੈ पोलाइट ਦਾ ਕੰਮ ਕਰਨਾ। ਸੇਮ ਮੀਨਿੰਗ ਇਹਦੇ ਵੀ ਹੋਣੀ। ਜੇਕਰ ਆਪਾਂ ਹੁਣ ਐਸਟੀਮੇਟ ਲਗਾਉਣਾ ਹੈਗਾ he may come today, ਆਪਾਂ ਇੱਥੇ he might ਲਗਾਵਾਂਗੇ, ਆਪਾਂ ਸ਼ਾਇਦ ਹੀ ਲਗਾਉਣਾ, ਪਾਸ ਤੇ ਲੱਗਿਆ he might come yesterday, ਵੀ ਸ਼ਾਇਦ ਉਹ ਕੱਲ ਆ ਜਾਂਦਾ, ਸ਼ਾਇਦ ਉਹ ਕੱਲ ਆ ਜਾਂਦਾ। ਇੱਥੇ ਆਪਾਂ today ਲਗਾਇਆ ਸੀਗਾ, ਉੱਥੇ ਆਪਾਂ past ਲਗਾਤਾ। ਸੋ past ਤੋਂ ਇਲਾਵਾ ਹੁਣ ਆਪਾਂ ਇੱਥੇ ਕੀ ਕਰਾਂਗੇ ਕਿ he might कम टुडे लिखांगे ਆਪਾਂ ਹੁਣ ਇਹ ਪ੍ਰੈਜ਼ੈਂਟ ਹੀ ਹੈ, ਪਰ ਇਹ ਥੋੜਾ ਜਿਹਾ ਪੋਲਾਈਟ ਹੋ ਗਿਆ। ਪਲੱਸ ਹੋਰ ਕੀ ਚੀਜ਼ ਆਈ ਇਹਦੇ ਨਾਲ ਕਿ ਇੱਥੇ ਜਿਹੜਾ ਆਪਣਾ ਸ਼ਾਇਦ ਸੀਗਾ ਉਹ ਸ਼ਾਇਦ ਆਪਣਾ ਹੋਰ ਵੀਕ ਹੋ ਗਿਆ। ਮਾਈਟ ਹੈ ਜਿਹੜਾ ਮੇ ਦਾ ਡਾਊਨਗ੍ਰੇਡਡ ਵਰਜ਼ਨ ਹੈ, ਵੀ ਉਦੋਂ ਨੀਵੇਂ ਲੈਵਲ ਤੇ ਇਹ ਚੀਜ਼ ਯੂਜ਼ ਕੀਤੀ। ਓਕੇ, ਮਾਈਟ ਹੈ ਜਿਹੜਾ ਮੇ ਜਿਹੜੀ ਆਪਾਂ ਨੂੰ ਇੱਕ ਅੰਦਾਜ਼ਾ ਦੇ ਰਿਹਾ, ਆਪਾਂ ਕਹਿੰਦੇ ਨੇ ਵੀ ਸ਼ਾਇਦ ਅੱਜ ਮੀਂਹ ਪਊਗਾ, ਠੀਕ ਹੈ, ਉਹ ਜਿਹੜਾ ਸ਼ਾਇਦ ਹੈ ਹੋਰ ਘਟ ਗਿਆ, ਮਤਲਬ ਕਿ ਹਜੇ ਮਾੜੇ ਮੋਟੇ ਬੱਦਲ ਹੀ ਵੇਖੇ ਆ, ਹਜੇ ਛਾਈ ਹੋਈ ਹੈ ਧੁੱਪ ਤੋਂ, ਤੇ ਆਪਾਂ ਅੰਦਾਜ਼ਾ ਲਾ ਲਿਆ ਵੀ ਸ਼ਾਇਦ ਅੱਜ ਮੀਂਹ ਪਵੇ। ਉਂਝ ਜੀ ਕੱਚਾ ਅੰਦਾਜ਼ਾ ਜਮੇ ਕੱਚਾ, ਉਹਨੂੰ ਆਪਾਂ ਮਾਈਟ ਕਹਿ ਸਕਦੇ। ਤਾਂ ਇਹਨੂੰ ਪਾਸਟ ਵਿੱਚ ਨਹੀਂ ਲੈ ਕੇ ਗਿਆ, ਪ੍ਰੈਜ਼ੈਂਟ ਵਿੱਚ ਹੀ ਰੱਖਿਆ, ਤੇ ਪਾਸਟ ਦਾ ਮੀਨਿੰਗ ਆਪਣਾ ਉਹ ਵੱਖਰਾ ਹੈ। ओके, ਇਹਦੇ ਵਿੱਚ ਆਪਾਂ ਥਰਡ ਮੀਨਿੰਗ ਨਹੀਂ ਆਏਗਾ, ਠੀਕ ਹੈ। ਸੋ ਆਪਣੇ ਕੋਲ ਚਾਰ ਮਾਡਲਸ ਕਵਰ ਹੋ ਗਏ। ਇਸ ਤੋਂ ਬਾਅਦ ਆਪਾਂ ਮਾਡਲ ਕਰਦੇ ਹਾਂ ਵਿਲ। ਹੁਣ ਤੱਕ ਜਿੰਨੇ ਵੀ ਮਾਡਲ ਕੀਤੇ ਕਿਹੜੀ ਫਾਰਮ ਲਗਾਈ ਹੈ, ਫਸਟ ਫਾਰਮ, ਠੀਕ ਹੈ। ਮੈਂ ਕਹੂੰਗਾ ਵੀ ਟਿਲ ਦ ਐਂਡ ਆਫ ਯੂਰ ਲਾਈਫ ਇਹ ਗੱਲ ਯਾਦ ਰੱਖੋ ਵੀ ਹਰੇਕ ਮਾਡਲ ਨਾਲ ਫਸਟ ਫਾਰਮ ਲੱਗਦੀ ਹੈ, ਠੀਕ ਹੈ, ਨਾਟ ਟਿਲ ਦ ਐਂਡ ਆਫ ਯੂਰ ਕਲਾਸ। ਵਿਲ ਤੇ ਸ਼ੈਲ ਹੈ ਜਿਹੜੇ ਇਹਨਾਂ ਦਾ ਮੀਨਿੰਗ ਆਲਮੋਸਟ ਸੇਮ ਹੈ। ਅੱਜ ਦੀ ਡੇਟ ਵਿੱਚ ਆਇਲਸ ਵਿੱਚ ਸ਼ੈਲ ਨੂੰ ਬਿਲਕੁਲ ਅਵੋਇਡ ਹੀ ਕਰਦਾ ਹੈ, ਸ਼ੈਲ ਦਾ ਇਸਤੇਮਾਲ ਕਰਦੇ ਨੇ, ਪਰ ਸ਼ੈਲ ਦੀ ਆਪਣੀ ਇੱਕ ਪਹਿਚਾਣ ਹੈ ਜੋ ਕਿ ਵਿਲ ਨਾਲ ਵੱਖਰੀ ਹੈ। ਆਪਾਂ ਉਹਦੇ ਬਾਰੇ ਡਿਸਕਸ ਕਰੂੰਗਾ, ਮੈਨੂੰ ਕਲੀਅਰ ਸਮਝਾਓ। ਆਪਾਂ ਸ਼ੁਰੂ ਤੋਂ ਕੀ ਪੜਿਆ ਹੈਗਾ ਕਿ ਆਈ ਤੇ ਬੁਈ ਨਾਲ ਕੀ ਲਗਾਉਣੇ ਆ, ਸ਼ੈਲ। ਵੈਰੀ ਗੁੱਡ। ਤੇ ਬਾਕੀ ਨਾਲ अदर्स नाल मिलर लगाने। बट एक गल है कि जदों आपां आई ते वही नाल शैल लगाने हैं, बाकी नाल विल लगाने हैं, तो अपनी जिहड़ी गल है बहुत कच्चे लेवल दी रह जाती है, क्योंकि फ्यूचर की गल हुंदी है ते फ्यूचर सर्टन नहीं हुंदा, फिक्स नहीं हुंदा, ठीक है। जिवें आपां किस नूं कहता आई शैल गो टू मार्केट, ही विल गो टू मार्केट, इट मीन्स आप क्या मैं बाजार जाऊंगा, बट एन मौके ते चेंज भी हो सकता है। आप पक्का रास्ता नहीं कोई भी हाँ भी जाने जाना बाजार। ओके, हुण आप की करते हैं, इस रूल को ओपोजिट करते हैं। आई ते कोई ना विल, बाकी नाल शैल। आई ते कोई नाल विल यूज करेंगे, बाकी नाल शैल यूज करेंगे। ओके, हुण इहदे विच की हो जाऊगा कि ਆਪਾਂ ਜਿਹੜੀ ਵੀ ਗੱਲ ਕਹਾਂਗੇ ਉਹ ਪੱਕੀ ਹੋ ਜੂਗੀ। ਹੁਣ ਆਪਾਂ ਕਹਾਂਗੇ I will go to market,
इट मीनस तुसी बाजार जाओगे ही जाओगे, ठीक है। ਤੁਹਾਡੇ ਨਾ ਜਾਣ ਦੇ ਚਾਂसेस बहुत घट गए। पर ਜਦੋਂ ਤੁਸੀਂ कह रहे हो आई शैल गो टू मार्केट, इट मीनस ਤੁਸੀਂ शायद ही जाओगे, ਤੁਹਾਡਾ ਫਿਕਸ नहीं है। ओके, ਉਹ ਤਾਂ ਤੁਸੀਂ आई मे गो टू मार्केट ही लगा लो ਤਾਂ ਇੱਕੋ ਹੀ ਗੱਲ ਬਣ ਜਾਂਦੀ है। ओके, फॉर्म ਕਿਹੜੀ ਲਗਾ ਰਹੇ ਆਪਾਂ फर्स्ट। हाँ जी, ਹੁਣ ਇਹਦੀ एग्जांपल मैं एक एग्जांपल हमेशा ही बच्चों को प्रोवाइड करवाना ਹੁੰਦਾ है, वो है टीचर ते स्टूडेंट दी कन्वर्सेशन है कि एक टीचर ਨੂੰ ਉਹਦਾ ਸਟੂਡੈਂਟ ਕਹਿ ਰਿਹਾ ਹੈ, ਕਹਿੰਦਾ ਸਰ ਟੁਡੇ ਇਜ਼ ਮਾਈ ਬਰਥਡੇ ਐਂਡ ਯੂ ਹੈਵ ਟੂ ਕਮ ਟੂ ਮਾਈ ਬਰਥਡੇ ਪਾਰਟੀ। ਅੱਜ ਮੇਰਾ ਜਨਮ ਦਿਨ ਹੈ, ਤੁਸੀਂ ਮੇਰੇ ਜਨਮ ਦਿਨ ਪਾਰਟੀ ਤੇ ਆਉਣਾ ਹੀ ਆਉਣਾ। ਟੀਚਰ ਕਹਿੰਦਾ ਓਕੇ ਡੀਅਰ ਆਈ ਸ਼ੈਲ ਕਮ। ਉਹ ਜਵਾਬ ਹੁਣ ਥੋੜਾ ਜਿਹਾ ਐਜੂਕੇਟਡ ਹੁੰਦਾ ਹੈ, ਕਹਿੰਦਾ ਵੀ ਸਰ ਨੇ ਨਾ ਸ਼ੈਲ ਲਾਇਆ, ਇਹ ਨਹੀਂ ਬਈ ਜੀ ਆਉਂਦੇਗੇ। ਕਹਿੰਦਾ ਨੋ ਨੋ ਸਰ ਆਈ ਇਨਸਿਸਟ ਯੂ ਹੈਵ ਟੂ ਕਮ। नहीं नहीं सर तुसी आना ही आना है। फिर टीचर कहता ओके डियर आई विल कम। एग्जांपल काफी है ਤੁਹਾਨੂੰ क्लियर करने ਲਈ कि विल ਤੇ शैल ਦੇ ਵਿੱਚ ਫਰਕ ਕੀ ਹੈ। ओके सुखजिंदर क्लियर हो गया? ओके, सो ये एग्जांपल जो मर्जी कर लो, ਜਿਵੇਂ ਕਿ ਆਪਾਂ ਲਗਾ ਲਈਏ ਕਿ अर्श will spend time in class। ओके, तो इस करके हुन शैल दा जेड़ा यूसेज है बहुत ही ज्यादा वीक रह गया। इहदी जगह फिर विल ही यूज कर लेंदे आ, आई ते पूरी नाल भी विल ते बाकियां नाल भी विल यूज कर लेंदे। ताज सर will get tired Manpreet will sit quietly। हाँ जी, Manpreet will sit there। Sir, could you please provide a master? ओके, सो विल ते शैल क्लियर हो गए। हाँ जी, सो अपने को ये कैन कवर हो गया, कुड हो गया, मे माइट शैल विल। ओके, हाँ जी, नेक्स्ट की चीज है जेड़ा ਆਪਾਂ विल ਤੇ शैल यूज ਕੀਤਾ ਤੁਹਾਨੂੰ ਮੈਂ ਕਲੀਅਰ ਕਰਦਾ। ਜਦੋਂ ਆਪਾਂ ਟੈਂਸ ਕਰਾਂਗੇ ਉਦੋਂ ਫਿਊਚਰ ਇੰਡੈਫੀਨਿਟ ਟੈਂਸ ਇਹੀ ਹੈ, ਇਸੇ ਨੂੰ ਫਿਊਚਰ ਇੰਡੈਫੀਨਿਟ ਟੈਂਸ ਕਹਿੰਦੇ ਆ। will shall plus verb the first form। ओके, हाँ जी, नेक्स्ट आ गया ਤੁਹਾਡੇ ਤਿੰਨ मॉडल्स आ गए। हाँ जी, मॉडल्स आ गए must, should ਤੇ ought to। मस्ट, शुड ते ought to ਤਿੰਨਾਂ ਦਾ मीनिंग सेम है, ਤਿੰਨਾਂ ਦਾ मीनिंग सेम है, बट एक एक डिफरेंस ਜਿਹੜਾ ਮੇਜਰ ਹੈਗਾ ਉਹੀ ਆਪਾਂ ਕਾਊਂਟ ਕਰਨੇ ਆ। ਠੀਕ ਹੈ, ਜਦੋਂ ਤੁਸੀਂ ਮਸਟ ਲਗਾ ਕੇ ਕੋਈ ਗੱਲ ਕਹਿ ਰਹੇ ਹੋ, ਇਟ ਮੀਨ ਤੁਸੀਂ ਕੋਈ ਆਰਡਰ ਦੇ ਰਹੇ ਹੋ, ਯੂ ਮਸਟ ਸਿਟ ਹੇਅਰ। ਇਟ ਮੀਨਸ ਤੁਹਾਡੇ ਲਈ ਇੱਕ ਰੂਲ ਬਣ ਗਿਆ कि तुसी इत्थे बैठना ही बैठना है, एक फिक्स रूल बन गया। पर जदों तुसी उत्थे कह देते हो यू शुड सिट हेयर, वो तुहाडे लिए एडवाइस बन गई। जे तुसी फॉलो करोगे तो चंगी गल है, नहीं फॉलो करोगे तो तुहाडा कोई फायदा नहीं होना, ना नुकसान होना ना होना वक्री गल है। हुण जेकर तुसी अगे ought to लगाओगे उत्थे you ought to sit here, ਇੱਥੇ ਤੁਹਾਡੀ ਮਰਜ਼ੀ ਹੈ। ਇਹਦਾ ਮਤਲਬ ਕੀ ਹੈ ਕਿ ਕਲਾਸ ਦੇ ਵਿੱਚ ਰੂਲ ਲਿਖਦਾ ਕਿਤੇ ਪਰ ਉਹਨੂੰ ਪੁੱਛਣ ਵਾਲਾ ਕੋਈ ਨਹੀਂਗਾ। you ought to sit here
शुड तो भी वीक है, मस्ट तो शुड वीक है, शुड तो बाद ought to वीक है। ਉੱਥੇ ਲਿਖ ਕੇ ਲਗਾਤਾ ਕਿ ਤੁਸੀਂ ਤੁਹਾਨੂੰ ਇੱਥੇ ਬੈਠਣਾ ਚਾਹੀਦਾ, ਉਹਨੂੰ ਪੁੱਛਣ ਵਾਲਾ ਕੋਈ ਨਹੀਂ, ਤੁਸੀਂ ਰੂਲ ਨਹੀਂ ਫੋਲੋ ਕੀਤਾ, ਇਟਸ ਓਕੇ, ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ। ਤਾਂ ਤਿੰਨਾਂ ਦਾ ਮੀਨਿੰਗ ਇਹ ਹੈ ਯੂ ਮਸਟ ਸਿਟ ਹੇਅਰ ਕਾਦੇ ਲਈ ਹੈ, ਆਰਡਰ। ਓਕੇ, ਆਰਡਰ ਕਹਿ ਸਕਦੇ ਹੋ ਜਾਂ ਰੂਲ ਲਈ। ਓਕੇ, ਜਿਹੜਾ ਯੂ ਸ਼ੁਡ ਸਿਟ ਹੇਅਰ ਹੈ that is for advice, ਤੁਹਾਨੂੰ ਇੱਥੇ ਬੈਠਣਾ ਚਾਹੀਦਾ ਹੈ, ਇੱਕ ਸਲਾਹ ਦਿੱਤੀ। ਠੀਕ ਹੈ, ਤੁਸੀਂ ਕਿਸ ਜਗ੍ਹਾ ਤੇ ਅਨਕੰਫਰਟੇਬਲ ਹੋ ਰਹੇ ਹੋ ਜਾਂ ਤੁਹਾਨੂੰ ਕਿਤੋਂ ਵਿਊ ਨਹੀਂ ਵਧੀਆ ਦਿਖ ਰਿਹਾਗਾ, ਤੇ ਮੈਂ ਤੁਹਾਨੂੰ ਕਹਿ ਸਕਦਾ ਕਿ ਤੁਹਾਨੂੰ ਇੱਥੇ ਬੈਠਣਾ ਚਾਹੀਦਾ, ਮੇਰੀ ਇੱਕ ਸਲਾਹ ਦਿੱਤੀ। ਠੀਕ ਹੈ, ਸੋ that is advice। ਤੇ ਜਿਹੜਾ ought to ਹੈਗਾ ਇਹ ਬਹੁਤ ਜ਼ਿਆਦਾ ਵੀਕ ਮੀਨਸ, ਕੋਈ ਕਿਸੇ ਨੇ ਐਡਵਾਈਸ ਨਹੀਂ ਦਿੱਤੀ ਗਈ, मीन्स जिम्मे नरेंद्र मोदी स्पीच नहीं दे देता कि हमें हमारे देश की सेवा करनी चाहिए। और मोदी की गल कौन फॉलो करता है? हु फॉलोस? नो वन, है ना। कोई नहीं गा स्पीच सुन के झाड़ू चक लेंदा गा भी मोदी साहब ने कहा भी सफाई रखनी है, चलो भी झाड़ू नवा लेके आइए। सो दैट इज नॉट फॉलोड प्रॉपरली। शुड वाली एडवाइस नहीं फॉलो करते तो अपन को शर्म महसूस होती है, ते मस्ट वाली तो फॉलो करनी पैंदी है। इत्थे पनिशमेंट भी मिल सकती है। जिवें घरे फादर साहब ने कहता भी काका 7 बजे तो पहला घरे आना चाहिए, यू मस्ट बी एट होम बाय 7 o'clock। ते 7 बजे तो तुसी 7:15 भी करते तो मींस उधरों फादर साहब अड़ होए थे, कुछ भी हो सकता है ना। सो दिस इज अबाउट मस्ट, शुड एंड ought to। ओके, इज इट क्लियर? सो आज दी वीडियो दे विच आपां ये 9 मॉडल्स है जेडे कवर कीते हैं। ਇਹ ਮਾਡਲਸ ਆਪਾਂ ਕੱਲ ਨੂੰ ਕੰਟੀਨਿਊ ਕਰਾਂਗੇ ਕੱਲ ਦੀ ਵੀਡੀਓ ਦੇ ਵਿੱਚ। ਸੋ ਥੈਂਕ ਯੂ। ਇਹਨਾਂ ਦੀ ਪ੍ਰੈਕਟਿਸ ਕਰੋ। ਕਮੈਂਟ ਵਿੱਚ ਤੁਸੀਂ ਐਗਜ਼ਾਮਪਲਸ ਲਿਖ ਕੇ ਸੈਂਡ ਕਰ ਸਕਦੇ ਹੋ। ਕਿਸੇ ਨੂੰ ਡਾਊਟ ਹੈ ਐਨੀ ਟਾਈਮ ਤੁਸੀਂ ਮੇਰੀ ਐਡਵਰਟਾਈਜ਼ਮੈਂਟ ਦੇ ਉੱਪਰ ਇੱਕ WhatsApp ਨੰਬਰ ਦਿੱਤਾ ਹੋਇਆ, ਉਹਦੇ ਤੇ ਮੈਸੇਜ ਸੈਂਡ ਕਰਕੇ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਬੀਇੰਗ ਵਿਦ ਅਸ।